सतनाम श्री वाहिगुरु साहिब जी। भये भूखे जग खाई मिठाई। भये भूखे जग खाई मिठाई। नवाब कपूर सिंह जी की अगवाई दे विच सरहद नूं लुटन का गुरमता पकाया गया। शाम नूं चढ़ाई की जाती है ते सूरज चढ़ तो पहला फौजा सरहद के दरवाज़िਆਂ गाड़ी जाके मोर्चे ला लेंदियां हन। जिस वक्त सरहद के पंजे बूहे खुलते हैं सिख हमला करते हैं ਅਤੇ सरहद दे विच 2 पैर तक लुट मचाउंदे हन। सोना चांदी ਅਤੇ कीमती खजाने नूं हथ पाउंदे हन, लुटदे हन। लुट करदिआं सिखां नूं भुख लगी ते खालसे ने चक मिठाई भये भुखे चक खाई मिठाई। मिठाई वालियां दुकानां दे उत्तों मठियाई चुक के खालसे ने अपनी पेट पूर्ति की। चकने जोगी दरब उठाई। चकने जोगी दरब उठाई। जिन्ना समान चुकिया जा सकता सी सरहद दे विचों सोना चांदी जां होर कीमती वस्तुआं उन्ना समान खालसे ने चुक लिया। घोड़े लब्बे सो लहू लदाई। घोड़े लब्बे सो लए लदाई। ते कुछ सिखां नूं तुरकां दे घोड़े भी हथ आए ते खालसे ने घोड़ियां दे उत्ते समान लदिया। कुछ अपने घोड़ियां ते समान लदिया ते खालसे ने सरहद तो वापसी कर लई। मुड़ को दौड़े सिंह तत ही राहे। मुड़ दौड़े सिंह तत ही राह। सत खालसा ਜਿਹੜੀ ਰਾਹ ਥਾਣੀ ਸਰਹੱਦ ਵੱਲ ਨੂੰ ਗਿਆ ਸੀ ਖਾਲਸਾ ਲੁੱਟ ਮਚਾਉਂਦਾ ਹੋਇਆ ਭਾਰੀ ਲੁੱਟ ਕਰਕੇ ਪਹਾੜੀ ਖਜ਼ਾਨਾ ਇਕੱਠਾ ਕਰਕੇ ਖਾਲਸਾ ਉਸੇ ਹੀ ਰਾਹ ਵਾਪਸ ਮੁੜ ਆਇਆ। तो ठीकरी वारे पहुंचे जाए। तो ठीकरी वारे पहुंचे जाए। ठीकरी वाले पिंड विच वापस आ गए जिथों चढ़ाई कीती सी। फड़ मालवे फिर घोड़े लए। फड़ मालवे फिर घोड़े लए ते खालसे ने सब तो पहला फिर मालवे दे विच जाके घोड़े ਜਿਹੜੇ ਘੋੜੇ ਖਰੀਦੇ ਚੰਗੀ ਨਸਲ ਦੇ ਜਿਨ੍ਹਾਂ ਦੇ ਕੋਲ ਘੋੜੇ ਨਹੀਂ ਸਨ ਖਾਲਸੇ ਨੇ ਉਹਨਾਂ ਦੇ ਲਈ ਘੋੜੇ ਖਰੀਦੇ ਜਿਨ੍ਹਾਂ ਦੇ ਕੋਲ ਅਸਲਾ ਨਹੀਂ ਸੀ ਜਿਨ੍ਹਾਂ ਦੇ ਕੋਲ ਹਥਿਆਰ ਨਹੀਂ ਸਨ ਉਹਨਾਂ ਦੀਆਂ ਕਮੀਆਂ ਪੂਰੀਆਂ ਕੀਤੀਆਂ ਕਿਉਂਕਿ ਮਾਲਵੇ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਸਨ ਵਪਾਰੀ ਅਜਿਹੇ ਸਨ ਜਿਹੜੇ ਘੋੜਿਆਂ ਦਾ ਵਪਾਰ ਕਰਦੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਕਪੂਰਾ ਚੌਧਰੀ ਹੋਇਆ ਹੈ ਉਹ ਵੀ ਘੋੜਿਆਂ ਦਾ ਵਪਾਰੀ ਸੀ। ਮਾਲਵੇ ਦੇ ਵਿੱਚ ਬਹੁਤ ਸਾਰੇ ਲੋਕ ਘੋੜਿਆਂ ਦਾ ਵਪਾਰ ਕਰਦੇ ਸਨ ਤੇ ਖਾਲਸੇ ਨੇ ਜਾ ਕੇ ਮਾਲਵੇ ਦੇ ਵਿੱਚੋਂ ਚੰਗੀ ਨਸਲ ਦੇ ਘੋੜੇ ਖਰੀਦੇ। खर्च खालसे को भयो पल्ले। ਖਰਚ ਖਾਲਸੇ ਕੇ ਭਇਓ ਪੱਲੇ। ਖਾਲਸੇ ਦੇ ਖਜ਼ਾਨੇ ਵਿੱਚ ਕਾਫੀ ਖਜ਼ਾਨਾ ਇਕੱਠਾ ਹੋ ਗਿਆ ਤੇ ਖਾਲਸੇ ਨੇ ਸਭ ਤੋਂ ਪਹਿਲਾਂ ਆਪਣੀਆਂ ਲੋੜਵੰਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਜਿਹੜੀਆਂ ਕਮੀਆਂ ਸਨ ਉਹ ਕਮੀਆਂ ਖਾਲਸੇ ਨੇ ਪੂਰੀਆਂ ਕੀਤੀਆਂ ਭਾਵੇਂ ਉਹ ਕਿਤਿਓਂ ਵੀ ਪੂਰੀਆਂ ਹੁੰਦੀਆਂ ਹੋਣ ਭਾਵੇਂ ਮਾਲਵੇ ਵਿੱਚੋਂ ਜਾਂ ਹੋਰ ਇਲਾਕਿਆਂ ਦੇ ਵਿੱਚੋਂ ਜਿਹੜੀ ਚੀਜ਼ ਖਾਲਸੇ ਨੂੰ ਚਾਹੀਦੀ ਸੀ ਖਾਲਸੇ ਨੇ ਖਜ਼ਾਨੇ ਖਰਚ ਕੇ ਉਹ ਚੀਜ਼ ਪੂਰੀ ਕਰ ਲਈ। ਸਰੇ ਅੰਮ੍ਰਿਤਸਰ ਬਿਨ ਕਿਮ ਚੱਲੇ। ਸਰੇ ਅੰਮ੍ਰਿਤ ਬਿਨ ਕਿਮ ਚੱਲੇ ਕਿਉਂਕਿ ਘੋੜਿਆਂ ਤੋਂ ਬਿਨਾਂ ਇੰਨੀ ਦੂਰ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਸੀ ਆਇਆ ਜਾ ਸਕਦਾ। ਇਸੇ ਕਰਕੇ ਖਾਲਸੇ ਨੇ ਇਸੇ ਇਰਾਦੇ ਦੇ ਨਾਲ ਸਭ ਤੋਂ ਪਹਿਲਾਂ ਘੋੜਿਆਂ ਦਾ ਪ੍ਰਬੰਧ ਖਾਲਸੇ ਨੇ ਕੀਤਾ। ਦੋਹਰਾ ਮੇਲੇ ਆਇਓ ਟਿਕ ਜੂ ਤਬ ਪੰਥ ਭਇਓ ਤਿਆਗ। ਮੇਲੋ ਆਇਓ ਢਿੱਗ ਜੋ ਤਾਂ ਪੰਥ ਭਇਓ ਤਿਆਰ। ਉਧਰੋਂ ਜੋੜ ਮੇਲੇ ਦਾ ਦਿਨ ਲਾਗੇ ਆ ਗਿਆ ਤੇ ਖਾਲਸੇ ਨੇ ਫਿਰ ਆਪਣੀਆਂ ਤਿਆਰੀਆਂ ਖਿੱਚੀਆਂ ਹੁਣ ਜਾ ਕੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜੋੜ ਮੇਲਾ ਮਨਾਇਆ ਜਾਵੇ। ਮਰਨੋ ਤਰਤੇ ਹੀਨ ਥੇ ਨਹੀਂ ਗਿਣਨ ਜਿਤਨੋ ਹਾਰ। ਮਰਨੋ ਤਰਤੇ ਥੇ ਨਹੀਂ ਗਿਣਨ ਜਿਤਨੋ ਹਾਰ। ਖਾਲਸਾ ਮਰਨ ਤੋਂ ਡਰਦਾ ਨਹੀਂ ਸੀ ਤੇ ਜਦੋਂ ਕਿਤੇ ਹਾਰ ਵੀ ਹੋ ਜਾਣੀ ਤੇ ਖਾਲਸਾ ਹਾਰ ਦੇ ਵਿੱਚ ਵੀ ਆਪਣੀ ਜਿੱਤ ਹੀ ਸਮਝਦਾ ਸੀ। ਖਾਲਸੇ ਨੂੰ ਜੇ ਕਿਤੇ ਹਾਰ ਹੋ ਜਾਣੀ ਤਾਂ ਖਾਲਸਾ ਉਸ ਹਾਰ ਦੇ ਵਿੱਚ ਵੀ ਆਪਣੀ ਜਿੱਤ ਹੀ ਸਮਝਦਾ ਸੀ ਕਿ ਸਾਡੀ ਇਹ ਜਿੱਤ ਹੀ ਹੋਈ ਹੈ। ਮਰਨੋਂ ਟਰਤੇ ਥੇ ਨਹੀਂ ਗਿਣਨ ਜਿਤਨੋ ਹਾਰ।
ਮਰਨ ਤੋਂ ਖਾਲਸਾ ਡਰਦਾ ਨਹੀਂ ਤੇ ਹਾਰ ਵਿੱਚ ਵੀ ਖਾਲਸਾ ਆਪਣੀ ਜਿੱਤ ਹੀ ਸਮਝਦਾ ਹੈ। ਚੌਪਈ ਖਬਰ ਮਲਵਈਆ ਨੇ ਜਬ ਸੁਨ ਪਾਈ। ਖਬਰ ਮਲਵਈਆ ਨੇ ਜਬ ਸੁਣ ਪਾਈ, ਜਦੋਂ ਮਲਵਈਆ ਨੂੰ ਮਾਲਵੇ ਦੇ ਇਲਾਕੇ ਦੇ ਲੋਕਾਂ ਨੂੰ ਜਾਂ ਸੰਗਤ ਨੂੰ ਪਤਾ ਲੱਗਾ ਕਿ ਸਿੱਖ ਖਾਲਸਾ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਦੀਪਮਾਲਾ ਦਾ ਮੇਲਾ ਮਨਾਉਣ ਜਾ ਰਿਹਾ ਹੈ, ਉੱਥੇ ਜੋੜ ਮੇਲਾ ਮਨਾਉਣ ਜਾ ਰਿਹਾ ਹੈ, ਭਾਰੀ ਇਕੱਠ ਕਰਨ ਵਾਸਤੇ ਜਾ ਰਿਹਾ ਹੈ। ਆਨ ਪੰਥ ਕੋ ਦਈ ਵਧਾਈ। ਆਨ ਪੰਥ ਕੋ ਦਈ ਵਧਾਈ ਤੇ ਮਾਲਵੇ ਦੀ ਸੰਗਤ ਨੇ ਆ ਕੇ, ਮਾਲਵੇ ਦੇ ਲੋਕਾਂ ਨੇ ਆ ਕੇ ਸਭ ਤੋਂ ਪਹਿਲਾਂ ਖਾਲਸੇ ਨੂੰ ਵਧਾਈਆਂ ਦਿੱਤੀਆਂ। ਖਾਲਸਾ ਜੀ ਵਧਾਈਆਂ ਹੋਣ, ਜਿਹੜਾ ਆ ਫੈਸਲਾ ਕੀਤਾ ਹੈ ਜੋੜ ਮੇਲਾ ਮਨਾਉਣ ਦਾ, ਸੰਗਤ ਇਕੱਠੀ ਕਰਨ ਦਾ, ਸੰਗਤ ਨੂੰ ਇਕੱਠਿਆਂ ਕਰਕੇ ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਦੇਣ ਦਾ ਜਿਹੜਾ ਉਪਰਾਲਾ ਕੀਤਾ ਹੈ, ਸਭ ਤੋਂ ਪਹਿਲਾਂ ਇਹਦੀਆਂ ਸਮੁੱਚੇ ਖਾਲਸੇ ਨੂੰ ਇਹ ਵਧਾਈਆਂ ਹੋਣ। ਜੁਦੇ ਜੁਦੇ ਦੇ ਸਭ ਹਨ ਘੋੜੇ। ਜੁਦੇ ਜੁਦੇ ਦੇ ਸਭ ਹਨ ਘੋੜੇ। ਤੇ ਮਾਲਵੇ ਦੇ ਵਿੱਚ ਜਿਹੜੇ ਵਪਾਰੀ ਸਨ, ਕਿਉਂਕਿ ਹਰੇਕ ਦੀ ਸ਼ਰਧਾ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ, ਕਿਸੇ ਦੀ ਸਮਰੱਥਾ ਅਨੁਸਾਰ ਆਪਣੀ ਭੇਟਾ ਕਰਦਾ ਹੈ। ਸ਼ਰਧਾ ਸਾਰਿਆਂ ਦੀ ਹੈ, ਪਰ ਭੇਟਾ ਸਮਰੱਥਾ ਅਨੁਸਾਰ ਹੀ ਕੀਤੀ ਜਾਂਦੀ ਹੈ, ਜਿੰਨੀ ਜਿੰਨੀ ਕਿਸੇ ਦੀ ਸਮਰੱਥਾ ਹੈ। ਤੇ ਮਾਲਵੇ ਦੇ ਜਿਹੜੇ ਵਪਾਰੀ ਸਨ ਘੋੜਿਆਂ ਵਾਲੇ, ਉਹਨਾਂ ਨੇ ਖਾਲਸੇ ਨੂੰ, ਜਿਨ੍ਹਾਂ ਦੇ ਕੋਲ ਹਜੇ ਵੀ ਕਮੀ ਸੀ ਘੋੜਿਆਂ ਦੀ, ਖਾਲਸੇ ਨੂੰ ਉਹ ਘੋੜੇ ਕਿਸੇ ਨੇ 2 ਕਿਸੇ ਨੇ 3 ਜਿਹੜੇ ਭੇਟਾ ਕੀਤੇ। ਚੜ੍ਹਤ ਪੰਥ ਹੈ ਆਗੇ ਜੋੜੇ। ਚੜ੍ਹਤ ਪੰਥ ਹੱਥ ਆਗੇ ਜੋੜੇ। ਤੇ ਜਦੋਂ ਭੇਟਾ ਅੱਗੇ ਕਰ ਦਿੱਤੀ, ਹੋਰ ਚੜਾਵੇ ਦੇ ਦਿੱਤੇ, ਹੋਰ ਵਸਤੂਆਂ ਦੇ ਦਿੱਤੀਆਂ ਕਿ ਖਾਲਸਾ ਜੀ ਆ ਸਾਡੀਆਂ ਵਸਤੂਆਂ ਪ੍ਰਵਾਨ ਕਰੋ, ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਡੀ ਮਾਲਵੇ ਦੀ ਸੰਗਤ ਦੀ ਅਰਦਾਸ ਬੇਨਤੀ ਕਰਨੀ, ਕਿਉਂਕਿ ਅਸੀਂ ਇੰਨੀ ਦੂਰ ਤੇ ਆ ਨਹੀਂ ਸਕਦੇ, ਕਿਉਂਕਿ ਸਰਕਾਰ ਦੀ ਵੀ ਪਾਬੰਦੀ ਹੈ, ਸਮਾਂ ਵੀ ਮਾੜਾ ਚੱਲਦਾ ਹੈ ਤੇ ਇੰਨੀ ਦੂਰ ਸਾਡੇ ਕੋਲ ਆਇਆ ਨਹੀਂ ਜਾ ਸਕਦਾ। ਅਸੀਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਦੇ ਹਾਂ, ਚੜ੍ਹਤ ਪੰਥ ਹੱਥ ਆਗੇ ਜੋੜੇ। ਖਾਲਸੇ ਪੰਥ ਦੇ ਅੱਗੇ ਭੇਟਾ ਚੜਾ ਕੇ ਜਿਹੜੇ ਬਹੁਤ ਵਾਰ ਬੰਦੇ ਸਨ, ਉਹ ਹੱਥ ਜੋੜ ਕੇ ਬੇਨਤੀਆਂ ਕਰਨ ਲੱਗੇ। ਆਗੇ ਵਧਿਓ ਪੰਥ ਸਿਓ ਰਾਹ। ਆਗੇ ਵਧਿਓ ਪੰਥ ਸਿਓ ਰਾਹ ਕਹਿਣ ਲੱਗੇ, ਖਾਲਸਾ ਜੀ ਹੁਣ ਪੰਥ ਨੇ ਫੈਸਲਾ ਕਰ ਲਿਆ ਹੈ ਅੰਮ੍ਰਿਤਸਰ ਦੀ ਧਰਤੀ ਤੇ ਜਾਣ ਦਾ, ਉੱਥੇ ਜਾ ਕੇ ਜੋੜ ਮੇਲਾ ਮਨਾਉਣ ਦਾ, ਤੇ ਸਾਰੇ ਮੁਖੀਏ ਸਿੱਖ, ਸਾਰਾ ਖਾਲਸਾ ਉੱਥੇ ਪਹੁੰਚ ਜਾਵੇਗਾ। ਕਰ ਮੇਲੋ ਆਏ ਹਮ ਪਾਹੇ। ਕਰ ਮੇਲੋ ਆਇਓ ਹਮ ਪਾਹੇ। ਕਹਿਣ ਲੱਗੇ ਖਾਲਸਾ ਜੀ ਸਾਡੀ ਬੇਨਤੀ ਇਹ ਹੈ ਕਿ ਸਾਨੂੰ ਭੁੱਲ ਮਤ ਜਾਣਾ, ਕਿਉਂਕਿ ਤੁਸੀਂ ਜਿੰਨਾ ਚਿਰ ਇੱਥੇ ਜੇ ਉਹਨਾਂ ਚਿਰ ਤੱਕ ਸੁੱਖ ਦਾ ਸਾਹ ਲੈਂਦੇ ਹਾਂ, ਆਪਣੇ ਜੀਵਨ ਨੂੰ ਚੰਗੇ ਢੰਗ ਨਾਲ ਗੁਜ਼ਾਰਦੇ ਹਾਂ। ਜਿਸ ਵਕਤ ਤੁਸੀਂ ਇੱਥੇ ਚਲੇ ਜਾਵੋਗੇ, ਇਹ ਤੁਰਕ ਇਹ ਲੋਕ ਸਾਨੂੰ ਫਿਰ ਸਤਾਉਣ ਲੱਗ ਪੈਣਗੇ। ਇਸ ਕਰਕੇ ਮੇਲਾ ਮੁਕਾ ਕੇ ਮੇਲੇ ਦੀ ਸਮਾਪਤੀ ਤੋਂ ਬਾਅਦ ਆਪ ਜ਼ਰੂਰ ਫਿਰ ਸਾਡੇ ਇਲਾਕੇ ਵਿੱਚ ਹੀ ਆ ਜਾਣਾ। ਜੋ ਹਮ ਪਰ ਤੁਰਕ ਪਾਵੈ ਜੋਰ। ਜੋ ਹਮ ਪਰ ਤੁਰਕ ਪਾਵੈ ਜੋਰ, ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਣਾ ਸਿੱਖ ਇੱਥੋਂ ਚਲੇ ਗਏ ਹਨ, ਖਾਲਸਾ ਇੱਥੋਂ ਚਲਾ ਗਿਆ ਹੈ, ਤੇ ਉਹਨਾਂ ਨੇ ਤੁਹਾਡਾ ਗੁੱਸਾ ਸਾਡੇ ਉੱਤੇ ਕੱਢਣਾ ਹੈ, ਸਾਡੇ ਉੱਤੇ ਆ ਕੇ ਉਹਨਾਂ ਜ਼ੁਲਮ ਕਰਨਾ ਹੈ, ਸਾਡੇ ਘਰ ਦੇ ਵਿੱਚ ਆ ਕੇ ਸਾਨੂੰ ਉਹਨਾਂ ਨੇ ਦੁੱਖ ਦੇਣੇ ਹਨ। ਖਬਰ ਲਿਓ ਹਮ ਆਨ ਬਹੋਰ। ਖਬਰ ਲਿਓ ਹਮ ਆਨ ਬਹੋਰ। ਤੇ ਖਾਲਸਾ ਫਿਰ ਅੱਗਿਓਂ ਉਹਨਾਂ ਦੀ ਬੇਨਤੀ ਸੁਣ ਤੋਂ ਬਾਅਦ ਜਵਾਬ ਦਿੰਦਾ ਹੈ। ਨਵਾਬ ਕਪੂਰ ਸਿੰਘ ਜੀ ਕਹਿੰਦੇ ਨੇ, ਕਹਿਣ ਲੱਗੇ ਸੰਗਤ ਜੀ ਤੁਸੀਂ ਘਬਰਾਇਓ ਨਾ, ਜੋ ਤੁਸੀਂ ਕਹਿ ਰਹੇ ਜੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਅਸੀਂ ਚਲੇ ਜਾਵਾਂਗੇ ਤੁਰਕਾਂ ਨੇ ਵਧੀਕੀਆਂ ਕਰਨੀਆਂ ਹੀ ਕਰਨੀਆਂ ਹਨ, ਕਿਉਂਕਿ ਉਹਨਾਂ ਦੀ ਤਾਕਤ ਹੈ, ਉਹਨਾਂ ਦੀ ਸਰਕਾਰ ਹੈ, ਉਹਨਾਂ ਦਾ ਜ਼ੋਰ ਹੈ। ਪਰ ਤੁਸੀਂ ਫਿਕਰ ਨਾ ਕਰਿਓ, ਜੇ ਤੁਹਾਨੂੰ ਲੱਗੇ ਕਿ ਤੁਹਾਡੇ ਨਾਲ ਵਧੀਕੀਆਂ ਹੋ ਰਹੀਆਂ ਨੇ, ਸਰਕਾਰ ਧੱਕਾ ਕਰ ਰਹੀ ਹੈ, ਤੇ ਸਾਨੂੰ ਤੁਸੀਂ ਬਸ ਖਬਰ ਭੇਜਣੀ, ਖਬਰ ਲਿਓ ਹਮ ਆਣ ਬਹੋਰੇ, ਤੁਸੀਂ ਖਬਰ ਭੇਜ ਦਿਓ, ਅਸੀਂ ਖਬਰ ਸੁਣਦਿਆਂ ਸਾਰ ਤੁਹਾਡੀ ਮਦਦ ਕਰਨ ਵਾਸਤੇ ਜ਼ਰੂਰ ਆਵਾਂਗੇ। ਕਹਿਓ ਪੰਥ ਹਮ ਐ ਤਾਏ। ਕਹਿਓ ਪੰਥ ਹਮ ਐ ਤਾਏ। ਪੰਥ ਖਾਲਸੇ ਨੇ ਕਿਹਾ ਫਿਕਰ ਨਾ ਕਰੋ, ਅਸੀਂ ਉਦੋਂ ਹੀ ਆ ਜਾਵਾਂਗੇ, ਧਾਵਾ ਬੋਲ ਦੇਵਾਂਗੇ ਜਦੋਂ ਤੁਸੀਂ ਸਾਡੇ ਤੱਕ ਖਬਰ ਪਹੁੰਚਾ ਦਵੋਗੇ। ਕੱਲਿਓ ਚਿੱਠੀ ਹਲਕਾਰਾ ਪਾਏ। ਕੱਲਿਓ ਚਿੱਠੀ ਹਲਕਾਰਾ ਪਾਏ। ਬਸ ਤੁਸੀਂ ਹਲਕਾਰੇ ਦੇ ਹੱਥ ਕਿਸੇ ਨਾ ਕਿਸੇ ਤਰੀਕੇ ਚਿੱਠੀ ਭੇਜ ਦੇਣੀ, ਸੁਨੇਹਾ ਭੇਜ ਦੇਣਾ ਕਿ ਸਾਡੇ ਉੱਤੇ ਹੁਣ ਜ਼ੁਲਮ ਹੋਣ ਲੱਗ ਪਿਆ ਹੈ, ਸਾਡੇ ਨਾਲ ਧੱਕਾਸ਼ਾਹੀ ਹੋਣ ਲੱਗ ਪਈ ਹੈ। ਚੜਿਓ ਖਾਲਸਾ ਕਰ ਅਰਦਾਸ। ਚੜਿਓ ਖਾਲਸੋ ਕਰ ਅਰਦਾਸ। ਖਾਲਸੇ ਨੇ ਇਸ ਤਰੀਕੇ ਦੇ ਨਾਲ
ਮਾਲਵੇ ਦੇ ਸੰਗਤ ਦੇ ਨਾਲ, ਮਾਲਵੇ ਦੇ ਲੋਕਾਂ ਨਾਲ, ਮਾਲਵੇ ਦੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਖਾਲਸੇ ਨੇ ਅਰਦਾਸਾ ਸੋਧਿਆ ਸਤਿਗੁਰੂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ, ਸਤਿਗੁਰੂ ਤੇਰੀ ਨਗਰੀ ਦੇ ਵਿੱਚ ਆ ਰਿਹਾ ਗੁਰੂ ਰਾਮਦਾਸ ਪਾਤਸ਼ਾਹ ਜੋੜ ਮੇਲਾ ਮਨਾਉਣ ਵਾਸਤੇ ਸਹਾਈ ਹੋਈ, ਵਿੱਚ ਵਰਤ ਕੇ ਆਪਣੇ ਕਾਰਜ ਕਰਵਾ ਲਈ। ਜਥੇਦਾਰਾਂ ਦੀ ਅਗਵਾਈ ਵਿੱਚ ਅਰਦਾਸਾ ਸੋਧਿਆ ਗਿਆ ਤੇ ਖਾਲਸੇ ਨੇ ਚੜ੍ਹਾਈ ਕਰ ਦਿੱਤੀ। ਕਰੇ ਕੰਮ ਪੰਥ ਸਤਿਗੁਰ ਆਪ, ਕਰੇ ਕੰਮ ਪੰਥ ਸਤਿਗੁਰ ਆਪ। ਖਾਲਸਾ ਕਹਿਣ ਲੱਗਾ, ਹੈ ਸਤਿਗੁਰੂ ਖਾਲਸਾ ਤੇਰਾ ਹੈ ਤੇ ਤੂੰ ਖਾਲਸੇ ਦਾ ਵਾ, ਖਾਲਸਾ ਤੇਰੇ ਵਿੱਚ ਨਿਵਾਸ ਰੱਖਦਾ ਹੈ ਤੇ ਤੂੰ ਖਾਲਸੇ ਵਿੱਚ ਨਿਵਾਸ ਰੱਖਦਾ ਵਾ। ਤੇਰਾ ਸਾਜਿਆ ਹੋਇਆ ਖਾਲਸਾ ਹੈ ਤੇ ਤੇਰੇ ਕਾਰਜਾਂ ਵਾਸਤੇ ਖਾਲਸਾ ਅੰਮ੍ਰਿਤਸਰ ਦੀ ਧਰਤੀ ਤੇ ਜਾ ਰਿਹਾ ਹੈ, ਕਿਉਂਕਿ ਜਿਸ ਕਾ ਕਾਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ। ਜਿਹਦਾ ਕਾਰਜ ਹੈ ਉਹ ਆਪ ਹੀ ਕਰਨ ਵਾਲਾ ਪ੍ਰਮਾਤਮਾ ਹੈ। ਕਹਿਣ ਲੱਗੇ ਸਤਿਗੁਰੂ ਤੇਰਾ ਖਾਲਸਾ ਹੈ, ਤੂੰ ਸਾਜਿਆ ਹੈ ਤੇ ਜੋੜ ਮੇਲਾ ਵੀ ਤੇਰਾ ਹੀ ਮਨਾਉਣਾ ਹੈ, ਆਪਣੇ ਕਾਰਜ ਤੂੰ ਆਪੇ ਹੀ ਕਰਵਾ ਲਈ। ਚੜੋ ਖਾਲਸਾ ਤੁਰ ਲੰਘਿਓ ਦਰਿਆਏ, ਚੜਿਓ ਖਾਲਸੋ ਤੁਰ ਲੰਘਿਓ ਦਰਿਆਏ। ਖਾਲਸਾ ਮਾਲਵੇ ਦੇ ਵਿੱਚੋਂ ਅਰਦਾਸਾ ਸੋਧ ਕੇ ਤੁਰ ਪਿਆ ਅਤੇ ਹਰੀ ਕੇ ਪਤਨ ਦਾ ਦਰਿਆ ਟੱਪ ਕੇ ਮਾਝੇ ਦੀ ਧਰਤੀ ਦੇ ਵਿੱਚ ਪ੍ਰਵੇਸ਼ ਕਰ ਲਿਆ। ਸ਼੍ਰੀ ਅੰਮ੍ਰਿਤਸਰ ਪਹੁੰਚਿਆ, ਸ਼੍ਰੀ ਅੰਮ੍ਰਿਤਸਰ ਪਹੁੰਚੇ ਆਏ। ਪੈੜੇ ਨੂੰ ਤੈਅ ਕਰਦਿਆਂ ਹੋਇਆ ਖਾਲਸਾ ਤੇਜੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਗਿਆ। ਅੱਗੋਂ ਤੁਰਕਨ ਦੇ ਤਲਾਬ ਵਿਗਾਰ, ਅੱਗੋਂ ਤੁਰਕੋ ਦਿਓ ਤਲਾਬ ਵਿਗਾਰ। ਤੇ ਜਦੋਂ ਤੁਰਕਾਂ ਨੂੰ ਪਤਾ ਲੱਗਾ ਕਿ ਖਾਲਸਾ ਆ ਰਿਹਾ ਹੈ ਤੇ ਜਿਹੜੀ ਉੱਥੇ ਫੌਜ ਸੀ ਥੋੜੀ ਬਹੁਤੀ ਉਹ ਉਥੋਂ ਚਲੇ ਗਏ ਆਪਣੀ ਜਾਨ ਬਚਾਉਣ ਦੇ ਲਈ। ਤੇ ਖਾਲਸੇ ਨੇ ਜਦੋਂ ਅੰਮ੍ਰਿਤਸਰ ਦੇ ਆ ਕੇ ਹਾਲਾਤ ਵੇਖੇ, ਖਾਲਸੇ ਨੇ ਜਦੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਨਕਸ਼ਾ ਵੇਖਿਆ ਤੇ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦਾ ਬਣਾਇਆ ਹੋਇਆ ਤਲਾਬ ਸੀ, ਭਾਵ ਕਿ ਅੰਮ੍ਰਿਤ ਸਰੋਵਰ ਸੀ, ਜਦੋਂ ਉਹਨੂੰ ਵੇਖਿਆ ਉਹਦੀ ਦਸ਼ਾ ਬਹੁਤ ਜ਼ਿਆਦਾ ਵਿਗਾੜੀ ਪਈ ਸੀ। ਉਸ ਅੰਮ੍ਰਿਤ ਸਰੋਵਰ ਦੀ ਤੁਰਕਾਂ ਨੇ ਬਹੁਤ ਜ਼ਿਆਦਾ ਬੇਅਦਬੀ ਕੀਤੀ ਹੋਈ ਸੀ। ਚੀਨੇ ਬੰਗੇ ਸਭ ਦੀਨੇ ਡਾਰ, ਚੀਨੇ ਬੰਗੇ ਸਭ ਦੀਨੇ ਡਾਰ, ਕਿਉਂਕਿ ਜਿੰਨੇ ਵੀ ਉਹਦੇ ਵਿੱਚ ਮਰੇ ਹੋਏ ਜਾਨਵਰ ਜਾਂ ਮਿੱਟੀ ਘਾਹ ਫਲੂਸ ਸਾਰਾ ਕੁਝ ਉਸ ਸਰੋਵਰ ਦੇ ਵਿੱਚ ਸੁੱਟ ਕੇ ਉਸ ਸਰੋਵਰ ਨੂੰ ਭੋਰ ਦਿੱਤਾ ਗਿਆ ਸੀ। ਤੋਰਾ ਹੱਡ ਲਿਤ ਕੱਟ ਧਾਲ, ਮਦ ਖੇਤੀ ਦਈ ਬਜਾਏ। ਹੱਡ ਲਿਤ ਘੱਤ ਤਾਲ, ਮਦ ਖੇਤੀ ਦਈ ਬਜਾਏ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਮੇਰੇ ਬਜ਼ੁਰਗਾਂ ਦੱਸਿਆ ਉਸ ਅੰਮ੍ਰਿਤ ਸਰੋਵਰ ਦੇ ਵਿੱਚ ਮਰੇ ਹੋਏ ਪਸ਼ੂ, ਮਰੇ ਹੋਏ ਘੋੜੇ ਅਤੇ ਹੋਰ ਜਿੰਨਾ ਵੀ ਘੋੜਿਆਂ ਦੀ ਲਿੱਦ ਦਾ ਸਮਾਨ ਜਾਂ ਹੋਰ ਘਟਾ ਹੋਰ ਜਾਂ ਕੱਖ ਫਲੂਸ ਹੋਰ ਗੰਦਗੀ ਜੋ ਕੁਝ ਵੀ ਸੀ ਉਸ ਸਰੋਵਰ ਵਿੱਚ ਸੁੱਟ ਦਿੱਤੀ ਅਤੇ ਨਾਲ ਮਿੱਟੀ ਪਾ ਕੇ ਦੱਬ ਦਿੱਤੀ ਤੇ ਜਿਹੜੀ ਮਿੱਟੀ ਉੱਤੇ ਪਾਈ ਹੋਈ ਸੀ ਉਹਦੇ ਉੱਤੇ ਖੇਤੀ ਕਰ ਦਿੱਤੀ, ਉਹਦੇ ਤੇ ਖੇਤੀ ਦਾ ਛੱਟਾ ਦੇ ਦਿੱਤਾ। ਸੋ ਖਾਲਸਾ ਜਾ ਕੱਢ ਸੁੱਟਿਓ ਲੀਨੋ ਖੂਬ ਬਣਵਾਏ। ਸੋ ਖਾਲਸੇ ਜਾ ਕੱਢ ਸੁੱਟਿਓ ਲੀਨੋ ਖੂਬ ਬਣਵਾਏ। ਜਦੋਂ ਖਾਲਸੇ ਨੇ ਇਹ ਸਾਰਾ ਕੁਝ ਵੇਖਿਆ ਤੇ ਖਾਲਸੇ ਦੀਆਂ ਇੱਕ ਵਾਰੀ ਪੈਰਾਂ ਥੱਲੇ ਜ਼ਮੀਨ ਡਿੱਗ ਗਈ। ਸਾਡੇ ਕੇਂਦਰੀ ਅਸਥਾਨ ਦਾ ਇੰਨਾ ਬੁਰਾ ਹਾਲ ਕਰ ਛੱਡਿਆ ਇਹਨਾਂ ਲੋਕਾਂ ਨੇ। ਤੇ ਖਾਲਸੇ ਨੇ ਸਭ ਤੋਂ ਪਹਿਲਾਂ, ਕਿਉਂਕਿ ਜੋੜ ਮੇਲੇ ਦਾ ਦਿਨ ਵੀ ਲਾਗੇ ਆ ਰਿਹਾ ਸੀ, ਦਿਨ ਥੋੜੇ ਸਨ, ਤੇ ਸਭ ਤੋਂ ਪਹਿਲਾਂ ਖਾਲਸੇ ਨੇ ਫਿਰ ਰਲ ਮਿਲ ਕੇ ਸਰੋਵਰ ਦੀ ਬਰਾਮਦ ਕੀਤੀ। ਸਰੋਵਰ ਦੇ ਵਿੱਚੋਂ ਸਾਰਾ ਕੁਝ ਬਾਹਰ ਕੱਢਿਆ ਅਤੇ ਖੂਹਾਂ ਨੂੰ ਗੇੜ ਕੇ ਪਾਣੀ ਭਰ ਕੇ ਉਸ ਸਰੋਵਰ ਦੇ ਵਿੱਚ ਅੰਮ੍ਰਿਤ ਭਰ ਦਿੱਤਾ, ਜਲ ਭਰ ਦਿੱਤਾ ਅਤੇ ਨਾਲ ਫਿਰ ਲੀਨੋ ਖੂਬ ਬਣਾਏ ਅਤੇ ਲਾਗੇ ਜੋ ਕੁਝ ਵੀ ਹਰਿਮੰਦਰ ਸਾਹਿਬ ਦੇ ਘੇਰੇ ਸੀ ਉਹਨੂੰ ਖੂਬਸੂਰਤ ਬਣਾ ਦਿੱਤਾ, ਤਾਂ ਜੋ ਆਉਣ ਵਾਲੀ ਸੰਗਤ ਗੁਰੂ ਰਾਮਦਾਸ ਘਰ ਦੇ ਪੱਕ ਵਿੱਚ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈ ਸਕਣ। ਇਹ ਤੋਂ ਜਿਹੜਾ ਕੋਈ ਵੀ ਨਾਰਾਜ਼ ਹੋ ਕੇ ਨਾ ਜਾਵੇ। ਨਿਕਲ ਖਲ ਖੰਡਰ ਤੇ ਖਾਲਸਾ ਜੀ, ਅੰਮ੍ਰਿਤ ਮੇਲੋ ਤੇ ਜ਼ਰੂਰ ਲਾਇਨਾ। ਨਿਕਲ ਖੱਡ ਖੁੱਡ ਤੇ ਖਾਲਸਾ ਜੀ, ਅੰਮ੍ਰਿਤਸਰ ਮੇਲੋ ਤੋਂ ਜ਼ਰੂਰ ਲਾਇਨਾ। ਭਾਈ ਰਤਨ ਸਿੰਘ ਜੀ ਕਹਿੰਦੇ ਹਨ, ਖਾਲਸੇ ਨੇ ਇਹ ਇਰਾਦਾ ਕੀਤਾ ਕਿ ਖਾਲਸੇ ਨੇ ਇਹ ਵਿਚਾਰ ਕੀਤੀ, ਗੁਰਮਤਾ ਪਕਾਇਆ
ਖੱਡਾਂ ਖੂਹਾਂ ਜੰਗਲਾਂ ਪਹਾੜਾਂ ਦੇ ਵਿੱਚੋਂ ਬਾਹਰ ਨਿਕਲ ਕੇ ਇਸ ਵਾਰ ਜੋ ਮਰਜ਼ੀ ਹੋ ਜੇ, ਭਾਵੇਂ ਸਰਕਾਰ ਦੇ ਨਾਲ ਲੜਨਾ ਪੈ ਜਾਵੇ, ਭਾਵੇਂ ਮਰਨਾ ਪੈ ਜਾਵੇ ਤੇ ਭਾਵੇਂ ਮਾਰਨਾ ਪੈ ਜਾਵੇ, ਬੜਾ ਚਿਰ ਹੋ ਗਿਆ ਹੈ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਜੋੜ ਮੇਲਾ ਮਨਾਇਆ ਹੋਇਆ ਨੂੰ। ਇਸ ਵਾਰ ਜੋ ਕੁਝ ਮਰਜ਼ੀ ਹੋ ਜਾਵੇ, ਇਸ ਵਾਰ ਜਾ ਕੇ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਮੇਲੋ ਤੋਂ ਜ਼ਰੂਰ ਲਾਏ ਨਾ। ਇਸ ਵਾਰ ਜਾ ਕੇ ਮੇਲਾ ਜ਼ਰੂਰ ਲਾਉਣਾ ਹੀ ਲਾਉਣਾ ਹੈ। कहने आए चनाके बंगे बैठ दो, काल बंगे बैठ सब लायना। ਤੇ ਨਾਏ ਚਨਾਏ ਕੇ ਬੁੰਗੇ ਬੈਠ ਤੋ ਅਕਾਲ ਬੁੰਗੇ ਬੈਠ ਮਤ ਸਭ ਮਤਾਏ ਨਾ। ਖਾਲਸੇ ਨੇ ਇਹ ਵਿਚਾਰ ਕੀਤੀ ਕਿ ਜਾ ਕੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਾਂਗੇ, ਆਪਣੇ ਸਰੀਰ ਦਾ ਆਲਸ ਦੂਰ ਕਰਾਂਗੇ, ਗੁਰੂ ਘਰ ਦੇ ਵਿੱਚ ਬੈਠ ਕੇ ਆਪਣੇ ਮਨ ਨੂੰ ਸੁੱਚਿਆ ਕਰਾਂਗੇ, ਗੁਰੂ ਦੀ ਬਾਣੀ ਦਾ ਪਾਠ ਸੁਣਾਂਗੇ, ਗੁਰੂ ਦੀ ਬਾਣੀ ਦੀਆਂ ਗੱਲਾਂ ਸੁਣਾਂਗੇ ਅਤੇ ਅਕਾਲ ਬੁੰਗੇ ਤੇ ਬੈਠ ਕੇ, ਸ੍ਰੀ ਅਕਾਲ ਤਖਤ ਤੇ ਬੈਠ ਕੇ ਗੁਰਮਤਿ ਪਕਾ ਕੇ ਪੰਥ ਦੇ ਵਾਸਤੇ, ਗੁਰਮਤਿ ਪਕਾ ਕੇ ਚੜ੍ਹਦੀ ਕਲਾ ਵਾਸਤੇ, ਪੰਥ ਦੀ ਵਾਸਤੇ ਉੱਥੇ ਕਾਰਜ ਕਰਾਂਗੇ। किसे दुष्ट को दौड़ के लुट के आवे, ਕਿਸੇ ਦੁਸ਼ਟ ਕੋ ਦੌੜ ਕੇ ਲੁੱਟ ਲਿਆਵੇ। ਖਾਲਸੇ ਨੇ ਇਹ ਵੀ ਫੈਸਲਾ ਕਰ ਲਿਆ ਕਿ ਐਰਕੀ ਉੱਥੇ ਹੀ ਰਵਾਂਗੇ, ਉੱਥੇ ਬੈਠ ਕੇ ਆਸਿਓ ਪਾਸੋਂ ਜਿਹੜੇ ਦੁਸ਼ਟ ਹਨ, ਜਿਹੜੇ ਵਧੀਕੀਆਂ ਕਰਦੇ ਹਨ, ਧੱਕੇ ਕਰਦੇ ਹਨ, ਉਹਨਾਂ ਨੂੰ ਜਾ ਕੇ ਲੁੱਟਿਆ ਕਰਾਂਗੇ। तो बैठ बंगे मत खूब खावना, ਤੋ ਬੈਠ ਬੁੰਗੇ ਮਦ ਖੂਬ ਖਾਵਣਾ। ਤੇ ਫਿਰ ਆ ਕੇ ਕਾਲ ਬੁੰਗੇ ਤੇ ਬੈਠ ਕੇ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਬੈਠ ਕੇ ਫਿਰ ਸੁੱਖ ਦੇ ਨਾਲ ਖਾਵਾ ਪੀਵਾਂਗੇ, ਆਪਣੇ ਜੀਵਨ ਨੂੰ ਗੁਜ਼ਾਰਾਂਗੇ। तुरक कने आवे सिंह भज जावे, ਤੁਰਕ ਘਣੇ ਆਵੇ ਸਿੰਘ ਭਜ ਜਾਵੇ। ਕਿਉਂਕਿ ਜਦੋਂ ਵੀ ਤੁਰਕ ਆਉਂਦੇ ਸਨ, ਤੁਰਕ ਐਲਾਨ ਕਰ ਦਿੰਦੇ ਸਨ, ਭਾਰੀ ਫੌਜ ਆਉਂਦੀ ਸੀ, ਭਾਵੇਂ ਨਾਦਰ ਸ਼ਾਹ ਦੀ ਅਗਵਾਈ ਵਿੱਚ, ਭਾਵੇਂ ਅਬਦਾਲੀ ਦੀ ਅਗਵਾਈ ਵਿੱਚ, ਭਾਵੇਂ ਜ਼ਕਰੀਆ ਖਾਂ ਆਪਣੀ ਫੌਜ ਭੇਜਦਾ ਸੀ, ਤਾਂ ਸਿੱਖਾਂ ਨੂੰ ਜਿਹੜਾ ਘੱਟ ਗਿਣਤੀ ਹੋਣ ਕਰਕੇ ਪੰਜਾਬ ਦੇ ਵਿੱਚੋਂ ਬਾਹਰ ਜਾਣਾ ਪੈਂਦਾ ਸੀ, ਕਿਉਂਕਿ ਸਿਰਾਂ ਤੇ ਮੁੱਲ ਰੱਖ ਦਿੱਤੇ ਜਾਂਦੇ ਸਨ, ਪਰਿਵਾਰਾਂ ਦੇ ਨਾਲ ਧੱਕਾ ਕੀਤਾ ਜਾਂਦਾ ਸੀ, ਘਰ-ਬਾਰ ਢਾਹ ਦਿੱਤੇ ਜਾਂਦੇ ਸੀ। ਇਸ ਕਰਕੇ ਖਾਲਸੇ ਨੂੰ ਘਰ-ਬਾਰ ਛੱਡਣੇ ਪੈਂਦੇ ਸਨ। ए मैं होण वाला सतगुर भावना, ਇਹ ਮੈਂ ਹੋਣ ਵਾਦਾ ਸਤਿਗੁਰੂ ਭਾਵਨਾ। ਪਰ ਏਦਾਂ ਸਤਿਗੁਰੂ ਦੇ ਭਾਣੇ ਦੇ ਵਿੱਚ ਜਦੋਂ ਸਿੱਖ ਬਾਹਰ ਜਾਂਦੇ ਸਨ ਤਾਂ ਉਦੋਂ ਪੰਥ ਦੇ ਵਿੱਚ ਵਾਧਾ ਹੀ ਵਾਧਾ ਹੁੰਦਾ ਸੀ, ਗਿਣਤੀ ਵੱਧਦੀ ਹੀ ਜਾਂਦੀ ਸੀ। दोरा दीप माल में लोग रहे, दिन रहे कुशिक सुख पाए। ਦੀਪ ਮਾਲ ਮੇਲੋ ਕਰੇ ਦਿਨ ਰਹੇ ਕੁਸ਼ਕ ਸੁਖ ਪਾਏ। ਖਾਲਸੇ ਨੇ ਦੀਪਮਾਲਾ ਦਾ ਮੇਲਾ ਮਨਾਇਆ, ਭਾਰੀ ਗਿਣਤੀ ਵਿੱਚ ਸੰਗਤ ਆਈ, ਸਿੱਖ ਸਰਦਾਰ ਆਏ ਤੇ ਮੇਲੇ ਤੋਂ ਬਾਅਦ ਵੀ ਕੁਛ ਕੁ ਦਿਨ ਫਿਰ ਖਾਲਸੇ ਨੇ ਅੰਮ੍ਰਿਤਸਰ ਦੀ ਧਰਤੀ ਤੇ ਹੀ ਗੁਜ਼ਾਰੇ। तुरकन फौज वो आई, सिंह तुरे जित गित ताए। ਤੁਰਕਨ ਫੌਜੇ ਬੋ ਆਏ, ਸਿੰਘ ਤੁਰੇ ਜਿਤੈ ਕਿਤ ਅਤਿਤ ਧਾਏ। ਜਦੋਂ ਖਾਲਸੇ ਨੇ ਜੋੜ ਮੇਲਾ ਮਨਾ ਲਿਆ, ਜੋੜ ਮੇਲਾ ਮਨਾਉਣ ਤੋਂ ਬਾਅਦ ਫਿਰ ਖਾਲਸੇ ਨੇ ਕੁਝ ਸਮਾਂ ਡੇਰਾ ਲਾਇਆ ਤੇ ਤੁਰਕਾਂ ਨੇ ਫਿਰ ਬਹੁਤ ਭਾਰੀ ਫੌਜ ਲਿਆਂਦੀ ਸਿੱਖਾਂ ਨੂੰ ਮਾਰ ਮੁਕਾਉਣ ਵਾਸਤੇ, ਸਿੱਖਾਂ ਨੂੰ ਖਤਮ ਕਰਨ ਵਾਸਤੇ। ਤੇ ਸਿੱਖਾਂ ਨੇ ਫਿਰ ਜਿਹੜਾ ਅੰਮ੍ਰਿਤਸਰ ਦੀ ਧਰਤੀ ਨੂੰ ਛੱਡਣਾ ਪਿਆ ਅਤੇ ਖਾਲਸਾ ਫਿਰ ਜੰਗਲਾਂ ਪਹਾੜਾਂ ਬੀਕਾਨੇਰ ਦੀ ਧਰਤੀ ਤੇ ਜਾ ਕੇ ਆਪਣੇ ਦਿਨ ਗੁਜ਼ਾਰਨ ਲੱਗਾ। ਇਸ ਤਰੀਕੇ ਨਾਲ ਕਈ ਵਾਰੀ ਖਾਲਸੇ ਨਾਲ ਹੋਇਆ ਸੀ, ਕਈ ਵਾਰੀ ਸਿੰਘਾਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਆਉਣਾ ਪੈਂਦਾ ਸੀ, ਕਈ ਵਾਰੀ ਆਪਣੀ ਧਰਤੀ ਨੂੰ ਛੱਡ ਕੇ, ਅੰਮ੍ਰਿਤਸਰ ਨੂੰ ਛੱਡ ਕੇ ਦੂਰ ਦਰਾਡੇ ਇਲਾਕਿਆਂ ਵਿੱਚ ਜਾਣਾ ਪੈਂਦਾ ਸੀ, ਕਿਉਂਕਿ ਸਰਕਾਰ ਦੀਆਂ ਤਾਕਤ ਜ਼ਿਆਦੀ ਸੀ। ਤਾਕਤ ਜ਼ਿਆਦੀ ਹੋਣ ਕਰਕੇ ਖਾਲਸਾ ਘੱਟ ਗਿਣਤੀ ਹੋਣ ਕਰਕੇ ਖਾਲਸੇ ਨੂੰ ਇਹ ਜਿਹੜਾ ਕਦਮ ਉਠਾਉਣਾ ਪੈਂਦਾ ਸੀ, ਕਿਉਂਕਿ ਖਾਲਸਾ ਆਪਣੀ ਤਾਕਤ ਨੂੰ ਸੰਗਠਨ ਕਰਨਾ ਚਾਹੁੰਦਾ ਸੀ, ਆਪਣੇ ਹੱਥ ਪਾਵਰ ਲਿਆਉਣੀ ਚਾਹੁੰਦਾ ਸੀ, ਆਪਣੀ ਸ਼ਕਤੀ ਨੂੰ ਵਧਾਉਣਾ ਚਾਹੁੰਦਾ ਸੀ, ਤਾਂ ਜੋ ਸੌਖੇ ਤਰੀਕੇ ਦੇ ਨਾਲ ਫਿਰ ਤੁਰਕਾਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਖਾਲਸਾ ਰਾਜ ਸਥਾਪਿਤ ਕੀਤਾ ਜਾ ਸਕੇ। ਅਗਲੇਰੇ ਪ੍ਰਸੰਗ ਨੂੰ ਭਾਈ ਰਤਨ ਸਿੰਘ ਜੀ ਭੰਗੂ ਕਿਵੇਂ ਕਲਮਬੰਦ ਕਰਦੇ ਹਨ, ਉਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਅਤੇ ਸੰਗਤ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।